ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ CS ਲੈਕਚਰ ਦੇ ਉੱਪਰ। ਐਂਡ ਜਾਵਾ ਪ੍ਰੋਗਰਾਮਿੰਗ ਸੀਰੀਜ਼ ਦੇ ਵਿੱਚ ਅੱਜ ਆਪਣੀ ਸੈਕਿੰਡ ਕਲਾਸ ਹੈ ਤੇ ਅੱਜ ਦਾ ਜੋ ਆਪਣਾ ਟੌਪਿਕ ਹੈ ਹਿਸਟਰੀ ਆਫ ਜਾਵਾ। ਆਪਾਂ ਬਿਲਕੁਲ ਹੀ ਈਜ਼ੀ ਸਟੈਪ ਦੇ ਵਿੱਚ ਤੇ ਬਿਲਕੁਲ ਸ਼ਾਰਟ ਪੁਆਇੰਟਸ ਦੇ ਵਿੱਚ ਆਪਾਂ ਹਿਸਟਰੀ ਹੈ ਜਿਹੜੀ ਜਾਵਾ ਨੂੰ ਇੱਕ ਕੁਇਕ ਰਿਵਿਊ ਜਿਹੜਾ ਆਪਾਂ ਕਰਾਂਗੇ। ਹੁਣ ਜਾਵਾ ਦੀ ਹਿਸਟਰੀ ਜਿਹੜੀ ਹੈ ਸ਼ੁਰੂ ਹੁੰਦੀ ਹੈ ਗ੍ਰੀਨ ਟੀਮ ਦੇ ਨਾਲ। ਗ੍ਰੀਨ ਟੀਮ ਕਿਹੜੀ ਟੀਮ ਹੈ? ਜੇਮਸ ਗੋਸਲਿੰਗ ਜੋ ਡਿਵੈਲਪਰ ਨੇ ਜਾਵਾ ਦੇ, ਉਹਨਾਂ ਦੀ ਟੀਮ ਹੈ ਜਿਹੜੀ ਜਿਨ੍ਹਾਂ ਨੂੰ ਉਸ ਟਾਈਮ 'ਤੇ ਗ੍ਰੀਨ ਟੀਮ ਬੋਲਿਆ ਜਾਂਦਾ ਸੀਗਾ। ਕਲੀਅਰ। ਹੁਣ ਜਾਵਾ ਦੇ ਡਿਵੈਲਪ ਹੋਣ ਦਾ ਰੀਜ਼ਨ ਕੀ ਹੈ ਜਾਂ ਲੋੜ ਕਿਉਂ ਪਈ ਹੈ ਜਾਵਾ ਦੀ? ਕਿਉਂਕਿ ਉਸ ਟਾਈਮ 'ਤੇ ਜਿਹੜਾ ਹੈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਜਿਸ ਪ੍ਰੋਜੈਕਟ ਦੇ ਅਕੋਰਡਿੰਗ ਜਿਹੜੇ ਮਾਈਕਰੋ ਪ੍ਰੋਸੈਸਰਸ ਨੇ ਜਿਹੜੇ ਇੰਬੈਡ ਕੀਤੇ ਜਾਂਦੇ ਸੀ ਕੰਜ਼ਿਊਮਰ ਇਲੈਕਟ੍ਰੋਨਿਕ ਡਿਵਾਈਸਿਸ ਦੇ ਉੱਪਰ। ਹੁਣ ਕੰਜ਼ਿਊਮਰ ਇਲੈਕਟ੍ਰੋਨਿਕ ਡਿਵਾਈਸਿਸ ਕਿਹੜੀਆਂ ਨੇ? ਜਿਵੇਂ ਅੱਜ ਆਪਾਂ ਦੇਖਦੇ ਜਿਵੇਂ ਸੈੱਟ ਟੌਪ ਬਾਕਸਸ ਨੇ, ਟੈਲੀਵਿਜ਼ਨਸ ਨੇ, ਠੀਕ ਹੈ। ਇਹਨਾਂ ਨੂੰ ਮਤਲਬ ਕੰਟਰੋਲ ਕੀਤਾ ਜਾਵੇ ਰਿਮੋਟ ਲੋਕੇਸ਼ਨਸ ਤੋਂ। ਕਲੀਅਰ। ਹੁਣ ਕੰਟਰੋਲਿੰਗ ਕਰਨ ਵਾਸਤੇ ਜਾਂ ਰਿਮੋਟ ਲੋਕੇਸ਼ਨਸ ਤੋਂ ਕੰਟਰੋਲ ਕਰਨ ਵਾਸਤੇ ਇੱਕ ਇੱਦਾਂ ਦੀ ਲੈਂਗੁਏਜ ਦੀ ਲੋੜ ਸੀ ਜੋ ਪਲੇਟਫਾਰਮ ਇੰਡੀਪੈਂਡੈਂਟ ਹੈ, ਓਕੇ, ਕਿ ਜਿਹੜੀ ਕਿਸੇ ਵੀ ਪਲੇਟਫਾਰਮ 'ਤੇ ਚੱਲ ਜੇ, ਜਿਵੇਂ ਚਾਹੇ ਮੈਕ ਹੈ, OS ਹੈ, ਲਿਨਕਸ ਹੈ, ਯੂਨਿਕਸ ਹੈ, ਓਕੇ, ਅਤੇ ਰਿਲਾਇਬਲ ਹੋਵੇ, ਕੰਪੈਕਟ ਹੋਵੇ, ਠੀਕ ਹੈ, ਇੰਟਰਨੈਟ ਪ੍ਰੋਗਰਾਮਿੰਗ ਵਾਸਤੇ ਸੁਟੇਬਲ ਹੋਵੇ, ਠੀਕ ਹੈ। ਇਸ ਤਰ੍ਹਾਂ ਦੀ ਲੈਂਗੁਏਜ ਦੀ ਲੋੜ ਸੀ। ਬਟ ਉਸ ਟਾਈਮ 'ਤੇ ਕੀ ਸੀ? ਉਸ ਟਾਈਮ 'ਤੇ C++ ਜਿਹੜੀ ਪੋਪੂਲਰ ਲੈਂਗੁਏਜ ਸੀਗੀ ਓਬਜੈਕਟ ਓਰੀਐਂਟਡ। ਕਲੀਅਰ। ਬਟ C++ ਕੀ ਹੈ? ਪਲੇਟਫਾਰਮ ਇੰਡੀਪੈਂਡੈਂਟ ਨਹੀਂ ਹੈ, ਓਕੇ, ਕਿਉਂਕਿ C++ ਦਾ ਜੋ ਕੰਪਾਈਲਰ ਹੈ ਜਦੋਂ ਐਗਜ਼ੀਕਿਊਟ ਜਨਰੇਟ ਕਰਦਾ ਹੈ ਫਾਈਲ ਨੂੰ, ਆਊਟਪੁੱਟ ਜੋ ਆਪਣੇ ਕੋਲ ਆਉਂਦੀ ਹੈ ਉਹ .exe ਫਾਈਲ ਆਉਂਦੀ ਹੈ, ਠੀਕ ਹੈ। ਹੁਣ exe ਫਾਈਲ ਹੈ ਜਿਹੜੀ ਵਿੰਡੋਜ਼ ਦੇ ਉੱਪਰ ਕੰਪੈਟੀਬਲ ਹੈ, ਠੀਕ ਹੈ, ਬਟ ਅਦਰਸ ਪਲੇਟਫਾਰਮ ਲਈ ਕੰਪੈਟੀਬਲ ਨਹੀਂ ਹੈ। ਬਟ ਜਾਵਾ ਜਿਹੜੀ ਹੈ ਉਹ ਪਲੇਟਫਾਰਮ ਇੰਡੀਪੈਂਡੈਂਟ ਹੈ, ਕਿਉਂਕਿ ਜਦੋਂ ਆਪਾਂ ਕੰਪਾਈਲ ਕਰਦੇ ਹਾਂ ਨਾ ਆਪਣੇ ਕੋਲ ਬਾਈਟ ਕੋਡ ਆ ਜਾਂਦਾ ਹੈ। ਬਾਈਟ ਕੋਡ ਜਿਹੜਾ ਬਾਈਟ ਕੋਡ ਹੁੰਦਾ ਹੈ, ਠੀਕ ਹੈ, ਬਾਈਟ ਕੋਡ ਆ ਜਿਹੜਾ ਉਹ ਪਲੇਟਫਾਰਮ ਇੰਡੀਪੈਂਡੈਂਟ ਕੋਡ ਹੁੰਦਾ, ਜਿਹੜਾ ਕਿਸੇ ਵੀ ਪਲੇਟਫਾਰਮ 'ਤੇ ਆਪਾਂ ਉਹਨੂੰ ਐਗਜ਼ੀਕਿਊਟ ਕਰ ਸਕਦੇ ਹਾਂ। ਕਲੀਅਰ। ਉਸ ਤੋਂ ਬਾਅਦ ਨੈਕਸਟ ਜਿਹੜਾ ਇਹਦਾ ਪ੍ਰਿੰਸੀਪਲਸ ਫॉर ਕ੍ਰੀਏਟਿੰਗ ਜਾਵਾ ਪ੍ਰੋਗਰਾਮਿੰਗ ਵਾਰ, ਠੀਕ ਹੈ। ਪ੍ਰਿੰਸੀਪਲਸ ਨੇ ਜਿਹੜੇ ਜੋ ਮੇਨ ਫੀਚਰਸ ਜੋ ਸੀਗੀਆਂ ਉਹ ਡਿਸਕਸ ਕੀਤੀਆਂ ਗਈਆਂ ਕਿ ਸਿੰਪਲ, ਰੋਬਸਟ, ਪੋਰਟੇਬਲ, ਪਲੇਟਫਾਰਮ ਇੰਡੀਪੈਂਡੈਂਟ, ਸਿਕਿਉਰਡ, ਹਾਈ ਪਰਫੋਰਮੈਂਸ, ਮਲਟੀ ਥ੍ਰੈਡਡ ਆਰਕੀਟੈਕਚਰ, ਨਿਊਟਰਲ, ऑब्जेक्ट ओरिएंटेड, इंटरप्रेटेड एंड डायनामिक। क्लीयर। ਇਹ ਸਾਰੀਆਂ ਫੀਚਰਸ ਨੇ ਜੋ ਜਾਵਾ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ, ਠੀਕ ਹੈ। ਸਿੰਪਲ ਹੈ, ਸਿੰਪਲ ਲੈਂਗੁਏਜ ਹੈ ਇੱਕ। ਕਲੀਅਰ। ਕਿਉਂਕਿ ਜਿਵੇਂ ਆਪਾਂ ਇਹਦੇ ਦੇਖੀਏ ਵੀ ਇਹਦੇ ਸਿੰਟੈਕਸ ਜਿਹੜੇ C++ ਦੇ ਕਲੋਜ਼ ਨੇ, ਠੀਕ ਹੈ, ਈਜ਼ੀਲੀ ਜਿਹੜਾ ਯੂਜ਼ਰ ਸਵਿਚ ਕਰ ਸਕਦਾ, ਇਹਨੂੰ ਲਰਨ ਕਰਨਾ ਜਿਹੜਾ ਈਜ਼ੀ ਹੈ। ਰੋਬਸਟ ਹੈ, ਠੀਕ ਹੈ, ਆਪਾਂ ਆਪਣੇ ਕੋਲ ਰਿਚ ਸੈੱਟ ਆਫ ਜਿਹੜੇ ਪੈਕੇਜਸ ਨੇ, ਲਾਇਬ੍ਰੇਰੀਜ਼ ਨੇ, ਠੀਕ ਹੈ, ਉਹ ਆਪਾਂ ਨੂੰ ਜਿਹੜੀ ਰੈਡੀਮੇਡ ਫੰਕਸ਼ਨੈਲਿਟੀ ਹੈ, ਠੀਕ ਹੈ, ਉਹ ਆਪਾਂ ਨੂੰ ਮਿਲ ਜਾਂਦੀ ਹੈ। ਉਸ ਤੋਂ ਬਾਅਦ ਇੱਕ ਪੁਆਇੰਟ ਹੋ ਰਿਹਾ ਕਿ ਇੰਟਰਨੈਟ ਪ੍ਰੋਗਰਾਮਿੰਗ ਨੂੰ ਵੀ ਸਪੋਰਟ ਕਰਦੀ ਹੈ, ਠੀਕ ਹੈ। ਜਾਵਾ ਇੱਕ ਲੈਂਗੁਏਜ ਹੈ ਅਤੇ ਇਹਦੇ ਨਾਲ ਦੀ ਨਾਲ ਜਾਵਾ ਪਲੇਟਫਾਰਮ ਹੀ ਹੈ। ਆਪਾਂ ਨੈਕਸਟ ਕਲਾਸ ਦੇ ਵਿੱਚ ਜ਼ਰੂਰ ਆਪਾਂ ਡਿਸਕਸ ਕਰਾਂਗੇ ਇਹਨੂੰ। ਪੋਰਟੇਬਲ ਹੈ, ਠੀਕ ਹੈ, ਪਲੇਟਫਾਰਮ ਇੰਡੀਪੈਂਡੈਂਟ ਹੈ ਮਤਲਬ ਪੋਰਟੇਬਲ ਹੈ। ਕਲੀਅਰ। ਸਿਕਿਉਰਡ ਹੈ। ਹੁਣ ਸਿਕਿਉਰ ਕਿਵੇਂ ਹੈ? ਕਿਉਂ ਜਾਵਾ ਸਿਕਿਉਰ ਕਿਵੇਂ ਹੈ? ਹੁਣ ਜਾਵਾ ਸਿਕਿਉਰ ਕਿਵੇਂ ਹੈ, ਠੀਕ ਹੈ। ਇਹ ਪੁਆਇੰਟ ਜਿਹੜਾ ਇਹ ਬਹੁਤ ਆਪਾਂ ਨੂੰ ਸੁਣਨ 'ਚ ਵੀ ਆਉਂਦਾ ਕਿ ਜਾਵਾ ਜਿਹੜੀ ਇੱਕ ਸਿਕਿਉਰ ਹੈ। ਹੁਣ ਸਿਕਿਉਰ ਕਿਵੇਂ ਹੁੰਦੀ? ਕਿਉਂਕਿ ਜਦੋਂ ਅਗਰ ਆਪਾਂ ਇਹਨੂੰ ਕੰਪੇਅਰ ਕਰੀਏ C++ ਲੈਂਗੁਏਜ ਦੇ ਨਾਲ, ਹੁਣ ਜਦੋਂ ਵੀ ਆਪਾਂ C++ ਦਾ ਜਿਹੜਾ ਕੋਡ ਹੈ ਜਾਂ ਐਪਲੀਕੇਸ਼ਨ ਆਪਾਂ ਕੋਈ ਰਨ ਕਰਦੇ ਹਾਂ ਨਾ, ਅਤੇ ਉਹ ਜੋ ਰਨ ਹੁੰਦੀ ਉਹ ਓਪਰੇਟਿੰਗ ਸਿਸਟਮ ਦੀ ਸ਼ੇਅਰਡ ਮੈਮਰੀ ਦੇ ਵਿੱਚ ਰਨ ਹੋਏਗੀ, ਠੀਕ ਹੈ। ਓਪਰੇਟਿੰਗ ਸਿਸਟਮ ਦੀ ਮੈਮਰੀ 'ਚ ਰਨ ਹੋਣਾ ਉਹਨੇ। ਕਲੀਅਰ। ਅਗਰ ਕੋਈ ਰਨ ਟਾਈਮ ਅਗਰ ਕੋਈ ਮਾਲਵੇਅਰ ਅਟੈਕ ਹੁੰਦਾ ਤਾਂ ਉਹ ਜਿਹੜਾ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹਨੂੰ ਵੀ ਜਿਹੜਾ ਹਾਰਮ ਕਰੇਗਾ, ਠੀਕ ਹੈ, ਉਹਨੂੰ ਵੀ ਅਫੈਕਟ ਕਰੇਗਾ। ਬਟ ਜਾਵਾ ਦੇ ਕੇਸ 'ਚ ਕੀ ਹੁੰਦਾ ਹੈ ਕਿ ਜਾਵਾ ਨੂੰ ਰਨ ਜਦੋਂ ਜਾਵਾ ਦੀ ਕੋਈ ਐਪਲੀਕੇਸ਼ਨ ਹੈ ਆਪਾਂ ਰਨ ਕਰ ਰਹੇ ਹਾਂ, ਜਾਵਾ ਬੇਸਡ ਹੈ, ਠੀਕ ਹੈ, ਅਤੇ ਜਾਵਾ ਜਦੋਂ ਉਹਨੂੰ ਰਨ ਕਰਦੀ ਹੈ ਨਾ ਤਾਂ ਜਾਵਾ ਦਾ ਆਪਣਾ ਰਨ ਟਾਈਮ ਇਨਵਾਇਰਮੈਂਟ ਹੁੰਦਾ ਹੈ। ਕਲੀਅਰ। ਜਿਹਨੂੰ ਆਪਾਂ JVM ਵੀ ਬੋਲ ਦਿੰਦੇ ਹਾਂ, ਠੀਕ ਹੈ। JRE ਜਿਹੜਾ ਜਾਵਾ ਰਨ ਟਾਈਮ ਇਨਵਾਇਰਮੈਂਟ ਪ੍ਰੋਵਾਈਡ ਕਰਦਾ, ਟੂਲ ਹੈ ਜਿਹੜਾ ਇਹਦਾ ਕੰਪੋਨੈਂਟ ਹੈ, ਠੀਕ ਹੈ, ਅਤੇ ਉਹਦੇ ਅੰਦਰ ਆਪਾਂ ਨੂੰ JVM ਵੀ ਮਿਲਦੀ ਹੈ, ਜਾਵਾ ਵਰਚੁਅਲ ਮਸ਼ੀਨ। ਹੁਣ
ਜਾਵਾ ਦੀ ਐਪਲੀਕੇਸ਼ਨ ਰਨ ਕਰਨ ਵਾਸਤੇ ਜਾਵਾ ਦਾ ਆਪਣਾ ਰਨ ਟਾਈਮ ਇਨਵਾਇਰਮੈਂਟ ਹੁੰਦਾ ਜਿਹੜਾ ਆਪਰੇਟਿੰਗ ਸਿਸਟਮ ਤੋਂ ਅਲੱਗ ਹੁੰਦਾ। ਕਲੀਅਰ, ਉਹਨੂੰ ਮੈਮਰੀ ਜਿਹੜਾ ਪੋਰਸ਼ਨ ਅਲੋਕੇਟ ਹੁੰਦਾ ਹੈ ਆਪਰੇਟਿੰਗ ਸਿਸਟਮ ਤੋਂ ਅਲੱਗ ਉਹਨੂੰ ਅਲੋਕੇਟ ਹੁੰਦਾ ਹੈ। ਤੇ ਉਸ ਟਾਈਮ 'ਤੇ ਅਗਰ ਆਪਣੇ ਸਿਸਟਮ 'ਚ ਕੋਈ ਮਾਲਵੇਅਰ ਅਟੈਕ ਵੀ ਹੁੰਦਾ ਹੈ ਤਾਂ JVM ਹੈ ਜਿਹੜੀ ਉਹ ਉਹਨੂੰ ਰੋਕਦੀ ਹੈ। ਇਸ ਕਰਕੇ ਇਹਨੂੰ ਬੋਲਿਆ ਜਾਂਦਾ ਹੈ ਕਿ ਜਿਹੜੀ ਜਾਵਾ ਹੈ ਉਹ ਸਿਕਿਉਰ ਹੈ। ਠੀਕ ਹੈ, ਬਾਕੀ ਹੈ ਹਾਈ ਪਰਫੋਰਮੈਂਸ ਹੈ, ਮਲਟੀ ਥ੍ਰੈਡਡ ਆਰਕੀਟੈਕਚਰ ਨਿਊਟਰਲ। ਠੀਕ ਹੈ, ਹੁਣ ਆਰਕੀਟੈਕਚਰ ਨਿਊਟਰਲ ਕੀ ਹੈ? ਬੇਸਿਕਲੀ ਜਿਹੜਾ ਆਰਕੀਟੈਕਚਰ ਨਿਊਟਰਲ ਹੈ ਇਹ ਵੀ ਇਹ ਆਪਾਂ ਅਨਦਰ ਨੇਮ ਕਹਿ ਸਕਦੇ ਹਾਂ ਪਲੇਟਫਾਰਮ ਇੰਡੀਪੈਂਡੈਂਟ ਦਾ। ਠੀਕ ਹੈ, ਇਹਦਾ ਮਤਲਬ ਕੀ ਹੁੰਦਾ ਹੈ ਕਿ ਅਗਰ ਕੋਡ ਜਿਹੜਾ ਇੱਕ ਪਲੇਟਫਾਰਮ 'ਤੇ ਕੀਤਾ ਜਾਵੇ ਤੇ ਉਹਨੂੰ ਆਪਾਂ ਰਨ ਕਰ ਸਕਦੇ ਹਾਂ ਅਦਰ ਪਲੇਟਫਾਰਮਸ ਦੇ ਉੱਪਰ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਬਾਈਟ ਕੋਡ ਦਾ ਕਨਸੈਪਟ ਦੱਸਿਆ ਕਿ ਕੰਪਾਈਲਰ ਆ ਜਿਹੜਾ ਉਹ ਜਾਵਾ ਸੋਰਸ ਕੋਡ ਨੂੰ ਜਦੋਂ ਕੰਪਾਈਲ ਕਰਦਾ ਤੇ ਉੱਥੋਂ ਬਾਈਟ ਕੋਡ ਜਨਰੇਟ ਹੁੰਦਾ ਹੈ। ਠੀਕ ਹੈ, ਤੇ ਬਾਈਟ ਕੋਡ ਆ ਜਿਹੜਾ ਉਹ ਪਲੇਟਫਾਰਮ ਇੰਡੀਪੈਂਡੈਂਟ ਹੈ। ਉਹ ਆਪਾਂ ਕਿਸੇ ਵੀ ਦੂਸਰੇ ਪਲੇਟਫਾਰਮ ਚਾਹੇ ਉਹ ਲਾਈਨਕਸ ਹੋਵੇ, ਚਾਹੇ ਯੂਨਿਕਸ ਹੈ, ਚਾਹੇ ਮੈਕ ਹੈ, ਆਪਾਂ ਡਿਫਰੈਂਟ ਪਲੇਟਫਾਰਮਸ ਦੇ ਉੱਪਰ ਉਹਨੂੰ ਰਨ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਜਿਹੜਾ ਆਪਾਂ ਪੁਆਇੰਟ ਹੈ, ਨੈਕਸਟ ਪੁਆਇੰਟ ਹੈ ਜਿਹੜਾ ਕਿ ਜਾਵਾ ਆਬਜੈਕਟ ਓਰੀਐਂਟਡ। ਠੀਕ ਹੈ, ਹੁਣ ਇਹ ਤਾਂ ਪਤਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਾਵਾ ਜਿਹੜੀ ਹੈ ਆਬਜੈਕਟ ਓਰੀਐਂਟਡ ਦਾ ਕਨਸੈਪਟ ਹੈ ਜਿਹੜਾ ਉਹਨੂੰ ਸਟ੍ਰਿਕਟਲੀ ਫੋਲੋ ਕਰਦੀ ਹੈ। ਠੀਕ ਹੈ, ਹੁਣ ਜਿਵੇਂ C++ ਦੇ ਵਿੱਚ ਆਪਾਂ ਸਿੰਪਲ ਜਿਹੜੇ ਪ੍ਰੋਸੀਜਰਲ ਅਪਰੋਚ ਦੇ ਨਾਲ ਵੀ ਪ੍ਰੋਗਰਾਮ ਆਪਾਂ ਲਿਖ ਲੈਂਦੇ ਹਾਂ। ਠੀਕ ਹੈ, ਵੀ ਵਿਦਆਊਟ ਐਨੀ ਕਲਾਸ ਵੀ ਆਪਾਂ ਸਿੰਪਲ ਇੱਕ ਮੇਨ ਫੰਕਸ਼ਨ ਬਣਾ ਕੇ ਪ੍ਰੋਗਰਾਮ ਚਲਾ ਲੈਂਦੇ ਹਾਂ। ਠੀਕ ਹੈ, ਵਿਦਆਊਟ ਐਨੀ ਕਲਾਸ C++ ਦੇ ਅੰਦਰ। ਈਵਨ ਕਿ C++ ਹੈ ਜਿਹੜੀ ਆਬਜੈਕਟ ਓਰੀਐਂਟਡ ਨੂੰ ਕਨਸੈਪਟ ਨੂੰ ਇੰਪਲੀਮੈਂਟ ਕਰਦੀ ਹੈ। ਠੀਕ ਹੈ, ਬਟ ਜਾਵਾ ਦੇ ਕੇਸ 'ਚ ਕੀ ਹੈ ਕਿ ਚਾਹੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਇੱਕ ਫੰਕਸ਼ਨ ਹੀ ਹੈ, ਚਾਹੇ ਇਕੱਲਾ ਮੇਨ ਮੈਥਡ ਹੀ ਹੈ, ਬਟ ਤੁਹਾਨੂੰ ਉੱਥੇ ਵੀ ਇੱਕ ਕਲਾਸ ਕ੍ਰੀਏਟ ਕਰਨੀ ਪਏਗੀ। ਕਲੀਅਰ, ਵੀ ਆਬਜੈਕਟ ਓਰੀਐਂਟਡ ਦੇ ਕਨਸੈਪਟ ਨੂੰ ਜਿਹੜਾ ਫੁੱਲੀ ਜਿਹੜਾ ਜੋ ਜਾਵਾ ਇਹਨੂੰ ਫੋਲੋ ਕਰਦੀ ਹੈ। ਕਲੀਅਰ, ਨੈਕਸਟ ਹੈ ਇੰਟਰਪ੍ਰੇਟਡ। ਠੀਕ ਹੈ, ਇੰਟਰਪ੍ਰੇਟਡ ਦਾ ਕੀ ਮਤਲਬ ਹੈ ਕਿ ਕੁਝ ਲੈਂਗੁਏਜ ਹੁੰਦੀਆਂ ਨੇ ਜਿਵੇਂ ਸਿਰਫ ਕੰਪਾਈਲ ਹੁੰਦੀਆਂ ਨੇ, ਕੁਝ ਲੈਂਗੁਏਜਸ ਜਿਵੇਂ ਇੰਟਰਪ੍ਰੇਟ ਕਰਦੀਆਂ ਨੇ, ਜਾਂ ਕੁਝ ਲੈਂਗੁਏਜਸ ਨੇ ਜੋ ਬੋਥ ਜਿਹੜਾ ਕੰਪਾਈਲਰ ਐਂਡ ਇੰਟਰਪ੍ਰੇਟਰ ਦੋਨਾਂ ਨੂੰ ਫੋਲੋ ਕਰਦੀ ਹੈ ਜਾਂ ਸਪੋਰਟ ਕਰਦੀ ਹੈ। ਕਲੀਅਰ, ਜਾਵਾ ਜਿਹੜੀ ਹੈ ਬੋਥ ਕੰਪਾਈਲਡ ਐਂਡ ਇੰਟਰਪ੍ਰੇਟਡ ਲੈਂਗੁਏਜ ਹੈ। ਕਲੀਅਰ, ਹੁਣ ਜਾਵਾ ਦਾ ਜੋ ਕੰਪਾਈਲਰ ਹੈ ਇਹ ਕੀ ਕਰਦਾ ਹੈ, ਟਰਾਂਸਲੇਟ ਕਰ ਦਿੰਦਾ ਜਾਵਾ ਸੋਰਸ ਕੋਡ ਨੂੰ ਬਾਈਟ ਕੋਡ ਦੇ ਅੰਦਰ। ਠੀਕ ਹੈ, ਤੇ ਜੋ ਜਾਵਾ ਦਾ ਇੰਟਰਪ੍ਰੇਟਰ ਹੈ ਜਾਵਾ ਦਾ ਉਹ ਐਗਜ਼ੀਕਿਊਟ ਕਰਦਾ ਹੈ ਐਂਡ ਟਰਾਂਸਲੇਟ ਕਰਦਾ ਹੈ ਬਾਈਟ ਕੋਡਸ ਨੂੰ ਡਾਇਰੈਕਟਲੀ ਔਨ ਦਾ ਸਿਸਟਮ that implements the java virtual machine। ਠੀਕ ਹੈ, ਜਿੱਥੇ java virtual machine ਇੰਸਟਾਲਡ ਹੈ ਉੱਥੇ, ਕਿਉਂਕਿ java based ਐਪਲੀਕੇਸ਼ਨ ਹੈ, java based ਐਪਲੀਕੇਸ਼ਨ ਨੂੰ JRE ਦੀ ਲੋੜ ਪੈਣੀ ਹੈ। ਕਲੀਅਰ, ਹੁਣ JRE JDK JVM ਇਹ ਕੀ ਨੇ ਆਪਾਂ ਫਰਦਰ ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ ਇਹਨੂੰ, ਬਟ ਇੱਕ ਵਾਰੀ ਤੁਸੀਂ ਵੀ ਜਿਹੜਾ ਇਹਨੂੰ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਆਪਣੇ ਲੈਵਲ 'ਤੇ ਇਹਨੂੰ ਦੇਖਣ ਲਈ। ਠੀਕ ਹੈ, ਔਰ ਨੈਕਸਟ ਜਿਵੇਂ ਡਾਇਨਾਮਿਕ ਹੈ, ਡਾਇਨਾਮਿਕ ਦਾ ਕੀ ਕਨਸੈਪਟ ਹੈ ਕਿ ਜਿਹੜੀਆਂ ਕਲਾਸਿਸ ਨੇ ਨਾ, ਆਪਾਂ ਜੋ ਵੀ ਕਲਾਸਿਸ ਯੂਜ਼ ਕਰਦੇ ਹਾਂ ਪ੍ਰੋਗਰਾਮ ਕੋਡ ਦੇ ਅੰਦਰ, ਉਹ ਸੈਪਰੇਟ ਫਾਈਲਸ ਦੇ ਵਿੱਚ ਜਿਹੜਾ ਮਤਲਬ ਸਟੋਰ ਹੁੰਦੀਆਂ ਨੇ। ਠੀਕ ਹੈ, ਤੇ ਸਿਰਫ ਉਹੀ ਫਾਈਲਸ ਉਹੀ ਕਲਾਸਿਸ ਨੂੰ ਲੋਡ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਲੋਡ ਪੈਂਦੀ ਹੈ, ਸਾਰੀਆਂ ਕਲਾਸਿਸ ਨੂੰ ਲੋਡ ਨਹੀਂ ਕੀਤਾ ਜਾਂਦਾ ਰਨ ਟਾਈਮ 'ਤੇ। ਕਲੀਅਰ, ਤਾਂ ਕਰਕੇ ਇਹਨੂੰ ਬੋਲਿਆ ਜਾਂਦਾ ਕਿ ਇਹ ਡਾਇਨਾਮਿਕ ਹੈ। ਠੀਕ ਹੈ ਜੀ, ਇਹ ਕੁਛ ਸੀਗੀਆਂ ਇਹਦੀਆਂ ਫੀਚਰਸ। ਹੁਣ ਨੈਕਸਟ ਕੀ ਹੈ ਕਿ ਜਾਵਾ ਜਿਹੜੀ ਹੈ ਆਪਾਂ ਗੱਲ ਕਰ ਚੁੱਕੇ ਹਾਂ ਕਿ ਜੇਮਸ ਗੋਸਲਿੰਗ ਨੇ ਜੋ, ਠੀਕ ਹੈ, ਫਾਦਰ ਆਫ ਜਾਵਾ ਉਹਨਾਂ ਨੂੰ ਬੋਲਿਆ ਜਾਂਦਾ ਹੈ। 1995 ਦੇ ਵਿੱਚ ਜਿਹੜੀ ਇਹਨਾਂ ਨੇ ਡਿਵੈਲਪ ਕੀਤੀ ਹੈ ਲੈਂਗੁਏਜ। ਠੀਕ ਹੈ, ਤੇ 90s ਦੇ ਵਿੱਚ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਪ੍ਰੋਜੈਕਟ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਪ੍ਰੋਜੈਕਟ ਦੇ ਵਿੱਚ ਕੀ ਸੀਗਾ ਕਿ ਇੰਬੈਡਡ ਜਿਹੜੇ ਮਾਈਕਰੋ ਪ੍ਰੋਸੈਸਰਸ ਨੇ ਨਾ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਫਰੋਮ ਦੀ ਰਿਮੋਟ ਲੋਕੇਸ਼ਨਸ। ਠੀਕ ਹੈ, ਉਦੋਂ ਸ਼ੁਰੂ ਹੋਇਆ ਸੀ 90s ਦੇ ਵਿੱਚ। 1995 ਦੇ ਵਿੱਚ ਇਹ ਜਿਹੜੀ ਲੈਂਗੁਏਜ ਬਣੀ ਹੈ। ਹੁਣ ਬੇਸਿਕ ਮਤਲਬ ਮੇਨ ਫੀਚਰ ਇਹ ਹੈ ਕਿ ਇੰਟਰਨੈਟ ਪ੍ਰੋਗਰਾਮਿੰਗ ਲਈ ਮੋਬਾਈਲ ਡਿਵਾਈਸਿਸ, ਗੇਮਸ, ਈ ਬਿਜ਼ਨਸ ਸੋਲਿਊਸ਼ਨਸ। ਠੀਕ ਹੈ, ਜਿਵੇਂ ਆਪਾਂ ਪਿਛਲੀ ਕਲਾਸ 'ਚ ਵੀ ਗੱਲ ਕਰ ਚੁੱਕੇ ਹਾਂ, ਜਿਵੇਂ ਇਹਦੇ ਪਲੇਟਫਾਰਮ ਐਡੀਸ਼ਨਸ ਨੇ, ਜਿਵੇਂ ਐਂਟਰਪ੍ਰਾਈਜ਼ ਐਡੀਸ਼ਨ ਹੈ, ਮੋਬਾਈਲ ਐਡੀਸ਼ਨ ਹੈ, ਸਟੈਂਡਰਡ ਐਡੀਸ਼ਨ ਹੈ। ਠੀਕ ਹੈ, ਉਹੀ ਗੱਲ ਇੱਥੇ ਕੀਤੀ ਗਈ ਹੈ
ਉਸ ਤੋਂ ਬਾਅਦ ਇਹ ਕੁਝ ਸ਼ੋਰਟ ਪੁਆਇੰਟਸ ਨੇ ਕਿ ਜੇਮਸ ਗੋਸਲਿੰਗ ਦੇ ਨਾਲ ਜਿਹੜੇ ਹੋਰ ਵੀ ਕੰਪਿਊਟਰ ਸਾਇੰਟਿਸਟ ਸੀਗੇ, ਠੀਕ ਹੈ, ਉਹਨਾਂ ਦੀ ਟੀਮ ਦੇ ਵਿੱਚ ਜਿਨ੍ਹਾਂ ਨੇ ਮਿਲ ਕੇ ਇਹ ਲੈਂਗੁਏਜ ਬਣਾਈ ਹੈ, ਠੀਕ ਹੈ। ਜਿਹੜਾ ਆਈਡੀਆ ਸ਼ੁਰੂ ਹੋਇਆ ਕੰਮ 1991 ਦੇ ਵਿੱਚ, ਠੀਕ ਹੈ। ਇਨੀਸ਼ੀਅਲੀ ਜਿਹੜੀ ਡਿਜ਼ਾਈਨ ਕੀਤੀ ਗਈ ਸੀ ਸਮੋਲ ਇੰਬੈਡਡ ਸਿਸਟਮਸ ਇਲੈਕਟ੍ਰੋਨਿਕ ਐਪਲੀਕੇਸ਼ਨ ਲਾਈਕ ਸੈਟ ਟੌਪ ਬਾਕਸਸ ਦੇ ਲਈ, ਠੀਕ ਹੈ। ਹੁਣ ਇਹਨੂੰ ਗ੍ਰੀਨ ਟਾਕ ਵੀ ਪਹਿਲਾਂ ਬੋਲਿਆ ਜਾਂਦਾ ਸੀਗਾ ਜਾਵਾ ਨੂੰ, ਠੀਕ ਹੈ। ਫਿਰ ਜਿਹੜਾ ਇਹਦਾ ਨਾਮ ਹੈ ਓਕ, ਜਿਹੜਾ ਓਕ ਇੱਕ ਟਰੀ ਹੈ, ਠੀਕ ਹੈ, ਓਕ ਇੱਕ ਟਰੀ ਹੈ, ਠੀਕ ਹੈ, ਜਿਹਦੇ ਨਾਮ ਤੇ ਜਾਵਾ ਦਾ ਪਹਿਲਾ ਨਾਮ ਜਿਹੜਾ ਜੋ ਦਿੱਤਾ ਗਿਆ, ਠੀਕ ਹੈ। ਬਟ 1994 ਦੇ ਵਿੱਚ ਜਿਹੜਾ ਇਹਨੂੰ ਰੀਨੇਮ ਕੀਤਾ ਗਿਆ ਐਜ਼ ਜਾਵਾ ਆਫਟਰ ਦਾ ਟ੍ਰੇਡਮਾਰਕ ਸਰਚ ਰਿਵੀਲਡ ਦੈਟ ਓਕ ਵਾਜ਼ ਯੂਜ਼ਡ ਬਾਏ ਦਾ ਓਕ ਟੈਕਨੋਲੋਜੀ, ਠੀਕ ਹੈ। ਓਕ ਟੈਕਨੋਲੋਜੀ ਦੁਆਰਾ ਜਿਹੜਾ ਓਕ ਯੂਜ਼ ਕੀਤਾ ਜਾਂਦਾ ਸੀਗਾ ਤੇ ਜਾਵਾ ਨੂੰ ਜਿਹੜਾ ਰੀਨੇਮ ਕੀਤਾ ਗਿਆ 1994 ਦੇ ਵਿੱਚ, ਤੇ ਫਸਟ ਵਰਜ਼ਨ ਜਿਹੜਾ ਜਾਵਾ ਦਾ ਉਹ 1996 ਦੇ ਵਿੱਚ ਜਿਹੜਾ ਉਹ ਸ਼ਿਪ ਕੀਤਾ ਗਿਆ। ਹਾਂਜੀ, ਇਹ ਸੀਗੀ ਸ਼ਾਰਟ ਹਿਸਟਰੀ, ਓਕੇ। ਬਾਕੀ ਤੁਸੀਂ ਆਪਣੇ ਲੈਵਲ 'ਤੇ ਜਿਹੜਾ ਹਿਸਟਰੀ ਨੂੰ ਥੋੜ੍ਹਾ ਐਕਸਪਲੋਰ ਕਰੋ, ਆਪਣੇ ਨੋਟਸ ਜਿਹੜੇ ਆ ਪ੍ਰਿਪੇਅਰ ਕਰੋ, ਠੀਕ ਹੈ ਜੀ। ਅਤੇ ਆਪਾਂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਨੈਕਸਟ ਕਲਾਸ ਦੇ ਵਿੱਚ ਆਪਾਂ ਇੱਕ ਬਰੀਫ ਜਿਹੜਾ ਥੋੜ੍ਹਾ ਜਾਵਾ ਦੀਆਂ ਜੋ ਫੀਚਰਸ ਨੇ ਉਹਨਾਂ ਨੂੰ ਇੱਕ ਵਾਰੀ ਡਿਸਕਸ ਕਰ ਲਾਂਗੇ, ਠੀਕ ਹੈ। ਬਟ ਥੋੜ੍ਹਾ ਮੈਂ ਆਈਡੀਆ ਤੁਹਾਨੂੰ ਇਸ ਕਲਾਸ 'ਚ ਵੀ ਦੇਤਾ ਹੈ ਉਹਦਾ, ਓਕੇ ਜੀ। ਥੈਂਕਸ ਫॉर ਵਾਚਿੰਗ ਦਾ ਸੈਸ਼ਨ। ਆਪਾਂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।